ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ ਤੇ ਹੁਸ਼ਿਆਰ ਕਰਦਾ ਤੇ ਬੇਦਾਰ ਕਰਦਾ ਹੈ। ਕਾਸ਼ ਕਿਤੇ ਅਸੀਂ ਨੈਨਵਾ ਦੇ ਲੋਕਾਂ ਤਰ੍ਹਾਂ ਹੁਸ਼ਿਆਰ ਹੋ ਜਾਈਏ, ਉਹਦੀ ਗੱਲ ਨੂੰ ਸਮਝੀਏ ਤੇ ਅਮਲ ਕਰ ਲਈਏ। ਕਿਉਂਕਿ ਮੁਕਾਸ਼ਵਾ ਪਹਿਲਾ ਬਾਬ 3 'ਚ ਲਿਖਿਆ, ਤੂੰ ਇਸ ਨਬੂਵਤ ਦੀ ਕਿਤਾਬ ਨੂੰ ਪੜ੍ਹੀ ਸੁਣੀ ਤੇ ਜੋ ਕੁਝ ਇਹਦੇ ਵਿੱਚ ਲਿਖਿਆ ਉਹਦੇ ਤੇ ਅਮਲ ਕਰੀ, ਤੂੰ ਮੁਬਾਰਕ ਹੋ ਜਾਏਗਾ। ਤੇ ਅੱਜ ਜੋ ਕੁਝ ਅਸੀਂ ਸੁਣਨ ਵਾਲੇ ਸਿੱਖਣ ਵਾਲੇ ਆ, ਉਹ ਇਹ ਖੁਦਾ ਦੇ ਕਲਾਮ ਚੋਂ ਗਜ਼ਲ ਗਜ਼ਲਾਤ 5 ਬਾਬ ਤੇ 2 ਐਤ। ਮੈਂ ਸੁੱਤੀ ਹੋਈ ਹਾਂ ਪਰ ਮੇਰਾ ਦਿਲ ਜਾਗਦਾ ਹੈ। ਮੈਂ ਸੁੱਤੀ ਹੋਈ ਹਾਂ ਪਰ ਮੇਰਾ ਦਿਲ ਜਾਗਦਾ ਹੈ। ਮੇਰੇ ਮਹਿਬੂਬ ਦੀ ਆਵਾਜ਼ ਹੈ ਜਿਹੜਾ ਖਟਖਟਾਉਂਦਾ ਤੇ ਕਹਿੰਦਾ ਹੈ ਕਿ ਮੇਰੇ ਲਈ ਦਰਵਾਜ਼ਾ ਖੋਲ, ਮੇਰੀ ਮਹਿਬੂਬਾ, ਮੇਰੀ ਪਿਆਰੀ, ਮੇਰੀ ਕਬੂਤਰੀ, ਮੇਰੀ ਪਕੀਜ਼ਾ। ਤੇ ਮੇਰਾ ਸਰ ਸ਼ਬਨਮ ਦੇ ਨਾਲ ਤਾਰੇ ਤੇ ਮੇਰੀਆਂ ਜ਼ੁਲਫਾਂ ਰਾਤ ਦੇ ਬੂੰਦਾਂ ਦੇ ਨਾਲ ਭਰੀਆਂ ਹੋਈਆਂ ਨੇ। ਇਹ ਆ ਅੱਜ ਖੁਦਾ ਦਿਲਾਂ ਤੇ ਦਸਤਕ ਦੇਣ ਡਿਆ। ਆਵਾਜ਼ਾਂ ਹੈ ਪਰ ਅਸੀਂ ਕਹਿੰਦੇ ਹੈਗੇ ਤਾਂ ਸੁੱਤੇ ਹੋਏ, ਦਿਲ ਤੇ ਜਾਗਦਾ ਹੈ। ਹਾਂ, ਦਿਲ ਜਾਗਦਾ ਹੈ, ਪਰ ਕਾਹਦੇ ਲਈ ਜਾਗਦਾ ਹੈ? ਯਸਾਇਆ ਨਬੀ ਦੇ ਸਹੀਫੇ ਦੀ ਗੱਲ, ਮਰਕਸ ਦੀ ਅੰਚੀਲ 7 ਬਾਬ 6 ਐਤ ਤੋਂ 9 ਐਤ ਤੱਕ ਖੁਦਾਵੰਦ ਯਿਸੂ ਮਸੀਹ ਨੇ ਸੁਣਾਈ ਕਿ ਯਸਾਇਆ ਨਬੀ ਨੇ ਕਿਆ ਖੂਬ ਨਬੂਵਤ ਕੀਤੀ ਤੇ ਆਖਿਆ, ਇਹ ਲੋਕ ਹੋਂਠਾਂ ਤੋਂ ਤਾਜ਼ੀਮ ਕਰਦੇ ਨੇ, ਇਹਨਾਂ ਦਾ ਦਿਲ ਮੇਰੇ ਤੋਂ ਦੂਰ। ਇਸ ਗੱਲ ਵਿੱਚ ਜਾਗਣ ਡਿਆ ਏ ਕਿ ਖੁਦਾ ਦੀ ਕਲਾਮ ਦੀ ਮੁਖਾਲਫਤ ਕਰਨੀ ਆ। ਇਹਦਾ ਦਿਲ ਮੇਰੇ ਤੋਂ ਦੂਰ ਏ ਤੇ ਬੇਫਾਇਦਾ ਮੇਰੀ ਪ੍ਰਸਤਿਸ਼ ਕਰਦੇ ਨੇ, ਕਿਉਂਕਿ ਇਨਸਾਨੀ ਅਹਿਕਾਮ ਦੀ ਤਾਲੀਮ ਦਿੰਦੇ ਨੇ। ਇਸ ਕੰਮ 'ਚ ਦਿਲ ਜਾਗਣ ਡਿਆ, ਸ਼ਰਾਰਤਾਂ ਕਰਨ 'ਚ। ਖੁਦਾਵੰਦ ਯਿਸੂ ਮਸੀਹ ਨੇ ਆਖਿਆ, ਤੁਸੀਂ ਕਿਤਾਬ ਮੁਕੱਦਸ ਨੂੰ ਰੱਦ ਕਰਦੇ ਹੋ, ਤਰਕ ਕਰਦੇ ਹੋ, ਆਪਣੀਆਂ ਰਵਾਇਤਾਂ ਨੂੰ ਕਾਇਮ ਰੱਖਦੇ ਹੋ। ਤੁਹਾਡਾ ਇਸ ਗੱਲ 'ਚ ਦਿਲ ਜਾਗਦਾ ਪਿਆ ਹੈ। ਦਾਨੀਏਲ 11 ਬਾਬ 32 ਐਤ ਨੂੰ ਪੜ੍ਹੋ। ਦਿਲ ਜਾਗਦਾ ਏ ਪਰ ਇਹਦੇ ਮੁਕੱਦਸ ਵਿੱਚ ਸ਼ਰਾਰਤਾਂ ਕਰਨ ਲਈ, ਕਿ ਸ਼ਰਾਰਤਾਂ ਕਰਨੀਆਂ, ਸ਼ਰਾਰਤਾਂ। ਤੇ ਇਹ ਨਹੀਂ ਪਤਾ ਕਿ ਇਸਤੇਮਾਲ ਕੌਣ ਕਰਨ ਡਿਆ ਹੈ। ਅਬਲੀਸ ਕਿਉਂ ਕਰਦਾ ਹੈ? ਉਹ ਖੁਦਾ ਤੋਂ ਬਰਗਸ਼ਤਾ ਕਰਦਾ ਹੈ ਕਿ ਇਹ ਖੁਦਾ ਤੋਂ ਬਰਗਸ਼ਤਾ ਹੋਵੇ। ਪਰ ਲਿਖਿਆ, ਜਿਹੜਾ ਆਪਣੇ ਖੁਦਾ ਨੂੰ ਪਛਾਣ ਲਵੇਗਾ ਉਹ ਕੁਝ ਕਰ ਦਿਖਾਵੇਗਾ। ਉਹ ਕੁਝ ਕਰ ਦਿਖਾਵੇਗਾ। ਖੁਦਾ ਉਹਦੇ ਤੋਂ ਕੁਝ ਕਰਨ ਦੀ ਉਮੀਦ ਰੱਖਦਾ ਹੈ ਕਿ ਇਹ ਬੰਦਾ ਕੁਝ ਕਰੇਗਾ। ਤੇ ਉਹ ਕੀ ਕਰੇਗਾ? ਜਿਸ ਦੀ ਉਮੀਦ ਖੁਦਾ ਰੱਖਦਾ ਹੈ, ਲਿਖਿਆ, ਉਹ ਜਿਹੜੇ ਲੋਕਾਂ ਦੇ ਵਿੱਚੋਂ ਫਿਰ ਅਹਿਲੇ ਦਾਨਿਸ਼ ਹੋਣਗੇ। ਦਾਨੀਏਲ 11 ਬਾਬ 33 ਐਤ। ਉਹ ਜਿਹੜੇ ਲੋਕਾਂ ਦੇ ਵਿੱਚੋਂ ਅਹਿਲੇ ਦਾਨਿਸ਼ ਹੋਣਗੇ, ਜਿਨ੍ਹਾਂ ਨੂੰ ਬਾਈਬਲ ਅਕਲਮੰਦ ਕਹਿੰਦੀ ਹੈ, ਲੋਕਾਂ ਦੀ ਨਜ਼ਰ ਵਿੱਚ ਉਹ ਰੱਦੇ ਹੋਏ, ਲੇਕਿਨ ਖੁਦਾ ਦੀ ਨਜ਼ਰ ਵਿੱਚ ਉਹ ਦਾਨਿਸ਼ਵੰਦ। ਉਹ ਜਿਹੜੇ ਅਹਿਲੇ ਦਾਨਿਸ਼ ਹੋਣਗੇ, ਉਹ ਬਹੁਤਿਆਂ ਨੂੰ ਤਾਲੀਮ ਦੇਣਗੇ, ਉਹ ਗੱਲਾਂ ਕਰਨਗੇ ਕਲਾਮ ਦੀਆਂ। ਉਹਨਾਂ ਦੇ ਸਾਹਮਣੇ ਕਾਲ, ਵਬਾ, ਤਲਵਾਰ, ਮੁਸ਼ਕਲਾਂ, ਟੈਨਸ਼ਨਾਂ ਆਉਣਗੀਆਂ, ਲੇਕਿਨ ਉਹ ਇਹਨਾਂ ਟੈਨਸ਼ਨਾਂ ਦੇ ਵਿੱਚ ਵੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਹੋਏਗੀ, ਕਿਉਂਕਿ ਪਹਿਲਾ ਪਤਰਸ
6 ਬਾਬ ਤੋਂ 9 ਆਇਤ ਤੱਕ ਪੜ੍ਹ ਕੇ ਵੇਖ ਲਓ। ਲਿਖਿਆ ਇਸੇ ਸੋਬੋ ਖੁਸ਼ੀ ਮਨਾਉਂਦੇ ਹੋ, ਅਗਰਚੇ ਚੰਦ ਰੋਜ਼ਾ ਜ਼ਰੂਰਤ ਦੀ ਵਜ੍ਹਾ ਦੇ ਨਾਲ ਤੁਸੀਂ ਗਮਜ਼ਦਾ ਵੀ ਹੋ। ਉਹ ਤੁਹਾਡਾ ਜ਼ਮਾਇਆ ਹੋਇਆ ਈਮਾਨ ਜਿਹੜਾ ਅੱਗ ਨਾਲੋਂ ਜ਼ਮਾਏ ਹੋਏ ਫਾਨੀ ਸੋਨੇ ਤੋਂ ਬੇਸ਼ਕੀਮਤ ਹੈ। ਜਿਸ ਲਈ ਯਿਸੂ ਮਸੀਹ ਆਵੇਗਾ ਉਹ ਇੱਜ਼ਤ, ਤਾਰੀਫ ਤੇ ਜਲਾਲ ਦਾ ਸਬੱਬ ਬਣ ਜਾਏਗਾ। ਉਸੇ ਲਈ ਇਸ ਲਈ ਤੁਸੀਂ ਉਹਨੂੰ ਵੇਖ ਕੇ ਮੁਹੱਬਤ ਕਰਦੇ ਹੋ। ਅਗਰਚੇ ਉਹ ਤੁਹਾਨੂੰ ਨਜ਼ਰ ਵੀ ਨਹੀਂ ਆਉਂਦਾ, ਫਿਰ ਵੀ ਉਹਦੇ ਤੇ ਈਮਾਨ ਲਿਆ ਕੇ ਇਹੋ ਜਿਹੀ ਖੁਸ਼ੀ ਮਨਾਉਂਦੇ ਹੋ ਜਿਹੜੀ ਬਿਆਨ ਤੋਂ ਬਾਹਰ ਤੇ ਜਲਾਲ ਨਾ ਭਰੀਏ, ਕਿਉਂਕਿ ਤੁਸੀਂ ਆਪਣੇ ਈਮਾਨ ਦੇ ਮਕਸਦ ਨੂੰ ਜਾਣ ਗਏ ਕਿ ਸਾਡੇ ਈਮਾਨ ਦਾ ਮਕਸਦ ਰੂਹਾਂ ਦੀ ਨਜਾਤ ਹੈ। ਸੋ ਵੀ ਜਾਗਣਾ, ਆਪਣੀ ਰੂਹ ਨੂੰ ਬਚਾਉਣ ਲਈ ਜਾਗਣਾ, ਆਪਣੇ ਖਾਨਦਾਨ ਦੀਆਂ ਰੂਹਾਂ ਨੂੰ ਬਚਾਉਣ ਲਈ ਜਾਗਣਾ, ਸ਼ਰਾਰਤਾਂ ਕਰਨ ਲਈ ਨਹੀਂ ਜਾਗਣਾ, ਸੱਚੇ ਗਵਾਹ ਬਣਨ ਲਈ ਜਾਗਣਾ, ਆਪਣੇ ਈਮਾਨ ਦੇ ਮਕਸਦ ਨੂੰ ਜਾਣਨਾ ਕਿ ਮੇਰੇ ਈਮਾਨ ਦਾ, ਮਸੀਹੀ ਈਮਾਨ ਦਾ ਮਕਸਦ ਹੈ ਰੂਹਾਂ ਦੀ ਨਿਜਾਤ। ਰਸੂਲਾਂ ਦੀ ਈਮਾਨ ਦਾ ਕਲਾਮ ਦੇ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਮਿਲਦਾ ਹੈ। 20 ਬਾਬ 28 ਆਇਤ ਤੋਂ ਪੜ੍ਹੀਏ। ਲਿਖਿਆ, ਤੂੰ ਆਪਣੀ ਤੇ ਆਪਣੇ ਗੱਲੇ ਦੀ ਹਿਫਾਜ਼ਤ ਕਰਨੀ ਹੈ। ਇਹਨੂੰ ਦਿਲ ਜਾਗਦਾ ਕਹਿੰਦੇ ਆ। ਸ਼ਰਾਰਤਾਂ ਕਰਨ ਵਾਲਾ ਦਿਲ ਜਾਗਦਾ ਨਹੀਂ, ਇਹ ਤਾਂ ਦਿਲ ਸਖਤ ਹੈ। ਲਿਖਿਆ, ਅਗਰ ਅੱਜ ਤੂੰ ਉਹਦੀ ਆਵਾਜ਼ ਨੂੰ ਸੁਣਨਾ ਤੇ ਆਪਣੇ ਦਿਲ ਨੂੰ ਸਖਤ ਨਾ ਕਰ। ਇਹ ਤਾਂ ਸਖਤ ਕਰਨ ਡਏ ਆ। ਇਮਾਲ 20 ਬਾਬ 28 ਚ ਲਿਖਿਆ, ਤੂੰ ਆਪਣੀ ਤੇ ਆਪਣੇ ਗੱਲੇ ਦੀ ਹਿਫਾਜ਼ਤ ਤੂੰ ਕਰਨੀ, ਜਿਸ ਦਾ ਰੂਲ ਕੁਦਸ ਨੇ ਤੀਨੋਂ ਨਿਗਹਿਬਾਨ ਬਣਾਇਆ। ਤੀਨੋਂ ਨਿਗਹਿਬਾਨ ਤੂੰ ਆਪਣੀ ਤੇ ਆਪਣੇ ਗੱਲੇ ਦੀ, ਕਿਉਂਕਿ ਜ਼ਬੂਰ ਵਿੱਚ ਕਹਿੰਦਾ, ਪੁੱਛ ਕਰਦਾ ਖੂਨ ਦੀ ਜਦ ਉਹਨਾਂ ਨੂੰ ਯਾਦ ਕਰਦਾ ਕਿ ਮੈਂ ਤੈਨੂੰ ਆਪਣੀ ਮਿਰਾਸ ਦਿੱਤੀ ਸੀ, ਔਲਾਦ ਦਿੱਤੀ ਸੀ। ਔਲਾਦ ਲਿਖਿਆ ਖੁਦਾ ਦੀ ਤਰਫੋਂ ਮਿਰਾਸ, ਉਹਦੀ ਮਿਰਾਸ ਨੂੰ ਅਸੀਂ ਤਬਾਹ ਕਰ ਦਿੰਦੇ, ਬੱਚਿਆਂ ਨੂੰ ਬਪਤਿਸਮੇ ਦਵਾ ਕੇ ਮੁਜਰਮ ਬਣਾ ਦਿੰਦੇ ਹਾਂ। ਸੁੱਤੇ ਪਏ ਆ, ਕਹਿੰਦੇ ਜੀ ਦਿਲ ਜਾਗਦਾ। ਲਿਖਿਆ, ਤੂੰ ਆਪਣੀ ਤੇ ਆਪਣੇ ਗੱਲੇ ਦੀ ਹਿਫਾਜ਼ਤ ਤੂੰ ਕਰਨੀ ਹੈ, ਜਿਸ ਦਾ ਰੂਲ ਕੁਦਸ ਨੇ ਤੈਨੂੰ। ਗੱਲ ਰੂਲ ਕੁਦਸ ਦੀ ਹੋ ਰਹੀ ਹੈ। ਮੁਕੱਦਸਾ ਮਰੀਮ ਅੱਗੇ ਬਹੁਤ ਕਠਿਨ ਫੈਸਲਾ ਸੀ। ਉਹਨੇ ਫਰਿਸ਼ਤੇ ਨੂੰ ਇਨਕਾਰੀ ਕਰ ਦਿੱਤੀ। ਜਦੋਂ ਉਹਨੇ ਆਖਿਆ ਤੇਰੇ ਪੁੱਤਰ ਹੋਣਾ, ਉਹਨੇ ਆਖਿਆ ਨਹੀਂ, ਇਹ ਏਦਾਂ ਹੋ ਹੀ ਨਹੀਂ ਸਕਦਾ, ਮੈਂ ਮਰਦ ਨੂੰ ਜਾਣਦੀ ਨਹੀਂ, ਇਹ ਕਿਹੜਾ ਤਰੀਕਾ ਕਰ ਤੂੰ ਦੱਸਿਆ। ਫਿਰ ਉਹਨੇ ਆਖਿਆ ਕਿ ਗੱਲ ਰੂਲ ਕੁਦਸ ਦੀ, ਰੂਲ ਕੁਦਸ ਤੇਰੇ ਤੇ ਨਾਜ਼ਲ ਹੋਏਗਾ, ਖੁਦਾ ਹਕ ਤਾਲਾ ਦੀ ਕੁਦਰਤ ਤੇਰੇ ਤੇ ਸਾਇਆ ਕਰੇਗੀ, ਉਹ ਮਲੂਦੇ ਮੁਕੱਦਸ ਖੁਦਾ ਦਾ ਬੇਟਾ ਕਲਾਏਗਾ। ਉਹਨੇ ਆਖਿਆ ਮੈਂ ਖੁਦਾ ਦੀ ਬੰਦੀ। ਇਹ ਰੂਲ ਕੁਦਸ ਦੀ ਗੱਲ ਹੈ। ਅੱਜ ਇਹੋ ਹੀ ਰੂਲ ਕੁਦਸ ਮੈਨੂੰ ਤੇ ਤੈਨੂੰ ਕਹਿਣ ਡਿਆ ਹੈ ਕਿ ਤੂੰ ਆਪਣੀ ਤੇ ਆਪਣੇ ਗੱਲੇ ਦੀ ਹਿਫਾਜ਼ਤ ਤੂੰ ਕਰਨੀ ਹੈ, ਜਿਸ ਦਾ ਰੂਲ ਕੁਦਸ ਨੇ ਤੈਨੂੰ ਨਿਗਹਿਬਾਨ ਠਹਿਰਾਇਆ, ਯਾਨੀ ਖੁਦਾ ਦੀ ਕਲੀਸਿਆ। ਖੁਦਾ ਦੀ ਕਲੀਸਿਆ ਦਾ ਤੂੰ ਨਿਗਹਿਬਾਨ ਆ। ਤੂੰ ਘਰਾਣੇ ਨੂੰ ਤਬਾਹ ਕਰਨ ਦਾ ਨਿਗਹਿਬਾਨ ਨਹੀਂ। ਤੇ ਜੇਕਰ ਨਿਗਹਿਬਾਨ ਹੈ, ਯਸਾਇਆ 62 ਬਾਬ 6 ਆਇਤ ਨੂੰ ਪੜ੍ਹੋ। ਲਿਖਿਆ, ਯਰੂਸ਼ਲਮ ਮੈਂ ਤੇਰੇ ਦੀਵਾਰਾਂ ਦੇ ਉੱਤੇ ਨਿਗਹਿਬਾਨਾਂ ਨੂੰ ਮੁਕੱਰਰ ਕੀਤਾ ਹੀ, ਇਹ ਦਿਨ ਤੇ ਰਾਤ ਕਦੀ ਖਾਮੋਸ਼ ਨਹੀਂ ਰਹਿਣਗੇ। ਇਹ ਖੁਦਾਵੰਦ ਦਾ ਜ਼ਿਕਰ ਕਰਨ ਵਾਲਿਓ ਕਦੀ ਖਾਮੋਸ਼ ਨਾ ਹੋਇਓ। ਖੁਦਾਵੰਦ ਦਾ ਜ਼ਿਕਰ ਕਰਨਾ ਜਾਗਣਾ ਹੈ, ਨਹੀਂ ਜੀ ਦਿਲ ਜਾਗਦਾ ਸ਼ਰਾਰਤਾਂ ਕਰਨ ਲਈ। ਸੋ ਵੀ ਭਲਿਓ, ਬਾਈਬਲ ਦੱਸਦੀ ਏ ਕਿ ਰਸੂਲ ਨੇ ਆਖਿਆ ਮੇਰੇ ਜਾਣ ਤੋਂ ਬਾਅਦ ਫੜਨ ਵਾਲੇ ਭੇੜੀਆਂ ਨੇ ਢਿੱਡ 'ਚ ਆ ਜਾਣਾ, ਜਿਨ੍ਹਾਂ ਨੂੰ ਗੱਲੇ ਉੱਤੇ ਕੋਈ ਤਰਸ ਨਹੀਂ ਆਉਣਾ, ਤੇ ਖੁਦ ਤੁਹਾਡੇ ਵਿੱਚੋਂ ਲੋਕ ਉੱਠਣੇ ਨੇ ਜਿਨ੍ਹਾਂ ਨੇ ਉਲਟੀਆਂ ਗੱਲਾਂ ਕਰਨੀਆਂ ਨੇ। ਸਾਡਾ ਦਿਲ ਜਾਗਦਾ ਉਲਟੀਆਂ ਗੱਲਾਂ ਕਰਨ 'ਚ, ਸਾਡਾ ਦਿਲ ਜਾਗਦਾ ਬਾਈਬਲ ਦੀ ਮੁਖਾਲਫਤ ਕਰਨ 'ਚ, ਸਾਡਾ ਦਿਲ ਜਾਗਦਾ ਬਾਈਬਲ ਦੀ ਬੇਹੁਰਮਤੀ ਕਰਨ 'ਚ।
क्योंकि मलाकी 2 बाब 10 च लिखिया, क्या साडा सारिਆਂ ਦਾ ਇੱਕੋ ਪਿਓ ਨਹੀਂ? क्या ਇੱਕੋ खुदा ਤੋਂ ਅਸੀਂ ਪੈਦਾ ਨਹੀਂ ਹੋਏ? ਫਿਰ ਕਿਉਂ ਅਸੀਂ ਆਪਣੇ ਭਰਾਵਾਂ ਦੇ ਨਾਲ ਬੇਵਫਾਈ ਕਰਨੇ? ਬੇਵਫਾਈ ਆਪਣੇ ਭਰਾਵਾਂ ਦੇ ਬੱਚਿਆਂ ਨੂੰ ਬਪਤਿਸਮੇ ਦਿੰਨੇ ਆ, ਮੁਜਰਮ ਬਣਾਉਂਦੇ ਆ। ਕਿਉਂ ਆਪਣੇ ਭਰਾਵਾਂ ਦੇ ਨਾਲ ਬੇਵਫਾਈ ਕਰਕੇ ਤੇ ਆਪਣੇ ਬਾਪ ਦਾਦਾ ਦੀ ਅਹਿਦ ਦੀ ਆਪਣੇ ਬਾਪ ਦਾਦਾ ਦੇ ਅਹਿਦ ਦੀ ਬੇਹੁਰਮਤੀ ਕਰਨੇ ਆ। ਸਾਫ਼ ਤੌਰ ਤੇ ਬਾਈਬਲ ਦੇ ਵਿੱਚ ਕਿਹਾ ਗਿਆ ਹੈ। ਇਸੇ ਕਰਕੇ ਪੜ੍ਹੀਏ, ਇਹਨੂੰ ਸੁਣੀਏ, ਜੋ ਕੁਝ ਇਹਦੇ ਵਿੱਚ ਲਿਖਿਆ ਉਹ ਤੇ ਅਮਲ ਕਰੀਏ। ਲਿਖਿਆ ਹੈ ਜਿਨ੍ਹਾਂ ਨੇ ਉਲਟੀਆਂ ਗੱਲਾਂ ਕਰਨੀਆਂ ਨੇ। ਅਮਸਲ ਦੀ ਕਿਤਾਬ 8 ਬਾਬ ਤੇ 8 ਚ ਲਿਖਿਆ, ਖੁਦਾ ਕਹਿੰਦਾ ਮੇਰੇ ਮੂੰਹ ਦੀਆਂ ਗੱਲਾਂ ਸਿੱਧੀਆਂ, ਨਿੱਧਰੀਆਂ, ਪੱਧਰੀਆਂ, ਇਹਦੇ ਵਿੱਚ ਕੋਈ ਟੇੜਾ ਤੁਰਛਾ ਵੀ ਨਹੀਂ ਜਿਹੜਾ ਸਮਝ ਚ ਨਹੀਂ ਆਉਂਦਾ। ਮਤੀ 3 ਬਾਬ ਉਹਦੀ 15 ਆਇਤ ਨੂੰ ਪੜੋ। ਦਰਿਆ ਯਰਦਨ ਤੇ ਗਿਆ, ਇਹ ਨਾ ਕੋ ਬਪਤਿਸਮਾ ਲੈਣ ਲੱਗਾ। ਉਹਨੇ ਆਖਿਆ ਨਹੀਂ ਮੈਂ ਆਪ ਤੇਰੇ ਕੋਲ ਲੈਣ ਦਾ ਮੁਹਤਾਜ। ਉਹਨੇ ਆਖਿਆ ਹੋਣ ਦੇ, ਸਾਨੂੰ ਇਸੇ ਤਰ੍ਹਾਂ ਰਾਸਤਬਾਜ਼ੀ ਨੂੰ ਪੂਰਾ ਕਰਨਾ ਮੁਨਾਸਬ ਹੈ। ਤੇ ਉਹਨੇ ਆਖਿਆ ਅੱਛਾ ਜੇ ਇਸੇ ਤਰ੍ਹਾਂ ਮੁਨਾਸਬ ਹੈ ਤੇ ਫਿਰ ਮੈਂ ਤੈਨੂੰ ਦਿੰਨਾ ਹੈ ਬਪਤਿਸਮਾ। ਖੁਦਾਵੰਦ ਯਿਸੂ ਮਸੀਹ ਨੇ ਆਖਿਆ ਇਸੇ ਤਰ੍ਹਾਂ ਰਾਸਤਬਾਜ਼ੀ ਨੂੰ ਪੂਰਾ ਕਰਨਾ ਮੁਨਾਸਬ ਹੈ, ਜਿਸ ਨੂੰ ਅਸੀਂ ਨਾ ਮੁਨਾਸਬ ਕਰਾਰ ਦੇ ਕੇ ਤੇ ਅਸੀਂ ਬੱਚਿਆਂ ਨੂੰ ਫਿਰ ਦਿੰਦੇ ਹਾਂ। ਇਸੇ ਕਰਕੇ ਰਸੂਲ ਨੇ ਆਖਿਆ ਉਹ ਫੜਨ ਵਾਲੇ ਭੇੜੀਏ ਕਿਤੇ ਬਾਹਰੋਂ ਨਹੀਂ ਹੋਣੇ, ਉਲਟੀਆਂ ਗੱਲਾਂ ਕਰਨ ਵਾਲੇ ਫੜਨ ਵਾਲੇ ਭੇੜੀਏ ਹੋਣੇ ਨੇ। ਬਾਈਬਲ ਦੀ ਮੁਖਾਲਫਤ ਕਰਨ ਵਾਲੇ ਭੇੜੀਏ ਹੋਣੇ ਨੇ। ਇਸ ਕਰਕੇ ਅੱਜ ਵੇਲਾ ਹੈ ਜਾਗਣਾ। ਅੱਜ ਵੇਲਾ ਹੈ। ਰਸੂਲਾਂ ਦੇ ਮਾਲ 20 ਬਾਬ ਤੇ 32 ਚ ਲਿਖਿਆ, ਮੈਂ ਤੁਹਾਨੂੰ ਖੁਦਾ ਦੇ ਫਜ਼ਲ ਦੇ ਕਲਾਮ ਦੇ ਸਪੁਰਦ ਕਰਨਾ। ਅੱਜ ਵੇਲਾ ਹੈ ਆਪਣੇ ਆਪ ਨੂੰ ਖੁਦਾ ਦੇ ਫਜ਼ਲ ਦੇ ਕਲਾਮ ਦੇ ਸਪੁਰਦ ਕਰ ਦਈਏ। ਇਹ ਤੁਹਾਡੀ ਤਰੱਕੀ ਕਰੇਗਾ, ਮੁਕੱਦਸ ਲੋਕਾਂ ਨਾਲ ਮਿਲਾਏਗਾ, ਮਿਰਾਸ ਦਾ ਹਿੱਸੇਦਾਰ ਬਣਾ ਦੇਵੇਗਾ। ਤੇ ਆਓ ਆਪਣੇ ਆਪ ਨੂੰ ਖੁਦਾ ਦੇ ਫਜ਼ਲ ਦੇ ਕਲਾਮ ਦੇ ਸਪੁਰਦ ਕਰ ਦਈਏ, ਚੰਗੇ ਰਹਿ ਜਾਂਗੇ। ਸੋ ਵੀ ਕਲਾਮ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਬੈਲ ਦਾ ਬਟਨ ਦਬਾਇਓ ਤਾਂ ਕਿ ਖੁਦਾਵੰਦ ਦਾ ਕਲਾਮ ਤੁਹਾਡੇ ਤੱਕ ਪਹੁੰਚਦਾ ਰਹੇ। ਖੁਦਾ ਤੈਨੂੰ ਬਰਕਤ ਦੇਵੇ।